एक नौजवान शायरा ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੀਆਂ ਗਜ਼ਲਾਂ ਕਵਿਤਾਵਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਨੇ ਤੇ ਉਸ ਸ਼ਾਇਰਾ ਨੂੰ ਹਰ ਪੰਜਾਬੀ ਸਾਹਿਤ ਸਭਾ ਵੱਲੋਂ ਸੱਦ ਕੇ ਸਨਮਾਨਿਤ ਕੀਤਾ ਜਾ ਰਿਹਾ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਛੋਟੀ ਜੀ ਉਮਰ ਦੇ ਵਿੱਚ ਬਹੁਤ ਵਧੀਆ ਲਿਖ ਰਹੇ ਨੇ ਜਿਸ ਨੂੰ ਵੱਡੇ ਵੱਡੇ ਰਾਈਟਰਾਂ ਵੱਲੋਂ ਜਿਹੜਾ ਆ ਸਨਮਾਨ ਮਿਲ ਰਿਹਾ ਹੈ। ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਚਾਰ ਚੁਫੇਰੇ ਅੱਗ ਦਾ ਦਰਿਆ, ਮੈਂ ਦਰਿਆ ਵਿਚਕਾਰ, ਚਾਰ ਚੁਫੇਰੇ ਅੱਗ ਦਾ ਦਰਿਆ, ਮੈਂ ਵੀ ਤੂੰ ਵੀ ਦੁਨੀਆਦਾਰੀ ਤੇ ਸਾਰਾ ਪਰਿਵਾਰ, ਮੈਂ ਵੀ ਤੂੰ ਵੀ ਦੁਨੀਆਦਾਰੀ ਤੇ ਸਾਰਾ ਪਰਿਵਾਰ, ਮੇਰੇ ਦਿਲ ਦੀ ਮਾਸਾ ਹਸਤੀ ਤੇ ਕਿੰਨਾ ਹੈ ਪਾਰ। ਫਿਰ ਉਹਨਾਂ ਨੂੰ ਜੇ ਉਹ ਲੱਗਾ ਕਿ ਮੇਰੀ ਕਵਿਤਾ 'ਚ ਕੋਈ ਦਮ ਹੈ, ਫਿਰ ਉਹਨਾਂ ਨੇ ਆਪਣੇ ਮੈਗਜ਼ੀਨਸ ਜਿਵੇਂ ਇੱਕ ਮੈਗਜ਼ੀਨ ਹੋ ਗਿਆ, ਸੰਭਾਵਨਾ ਮੈਗਜ਼ੀਨ ਹੋ ਗਿਆ, ਇੱਕ ਮੈਗਜ਼ੀਨ ਦੀ ਮੈਂ ਗੱਲ ਕੀਤੀ ਸੀਗੀ ਸਮਾਨਾਂਤਰ ਨਜ਼ਰੀਆ, ਇਹ ਲੁਧਿਆਣੇ ਤੋਂ ਹੈ, ਉਹਨਾਂ ਗੁਲਜ਼ਾਰ ਪਰਦੇਸ ਸਰ, ਉਹਨਾਂ ਦੇ ਮੈਗਜ਼ੀਨ ਉਹ ਵਿੱਚ ਵੀ ਮੇਰੀਆਂ ਛਪੀਆਂ ਕਿਤਾਬਾਂ। ਮੈਨੂੰ ਲੱਗਦਾ ਹੈ ਕਿ ਕਿਤਾਬਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਹੈ। ਮੈਂ ਅੱਜ ਦੇ ਯੂਥ ਨੂੰ ਵੀ ਇਹੀ ਪ੍ਰੇਰਿਤ ਕਰਦੀ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਹਟ ਕੇ, ਕਿਉਂਕਿ ਸੋਸ਼ਲ ਮੀਡੀਆ 'ਤੇ ਅਸੀਂ ਟਾਈਮ ਵੇਸਟ ਕਰਦੇ ਹਾਂ, ਸਕਰੋਲ ਕਰਦੇ ਰਹਿੰਦੇ ਹਾਂ ਚੀਜ਼ਾਂ ਨੂੰ, ਅਤੇ ਉਹਦੇ ਤੋਂ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਬਹੁਤਾ। ਜ਼ਿੰਦਗੀ ਮਹਿਕਾ ਰਿਹਾ ਸੀ ਪਾਕ ਮੰਦਰ ਦੀ ਤਰ੍ਹਾਂ, ਮਾਰੂਥ ਨੂੰ ਮਿਲ ਰਿਹਾ ਸੀ ਉਹ ਸਮੁੰਦਰ ਦੀ ਤਰ੍ਹਾਂ, ਜ਼ਿੰਦਗੀ ਮਹਿਕਾ ਰਿਹਾ ਸੀ, ਜਾਨ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ, ਜਾਨ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ, ਦਿਲ ਮੇਰੇ ਨੂੰ ਸਮਝਦਾ ਸੀ ਜੋ ਕਦੇ ਕਰਦੀ ਤਰ੍ਹਾਂ, ਜ਼ਿੰਦਗੀ ਦਿਲ ਦੇ ਵਿਹੜੇ ਕਮਰਾ ਇੱਕ ਬਣਾਇਆ ਹੈ, ਉਸ ਨੂੰ ਹੌਕੇ ਹਾਵਾਂ ਨਾਲ ਸਜਾਇਆ ਹੈ, ਦਿਲ ਦੇ ਵਿਹੜੇ ਕਮਰਾ ਇੱਕ ਬਣਾਇਆ ਹੈ, ਉਸ ਨੂੰ ਹੌਕੇ ਹਾਵਾਂ ਨਾਲ ਸਜਾਇਆ ਹੈ, ਇਸ਼ਕ ਦੇ ਹੱਥੋਂ ਬੇਬਸ ਹੋਈ ਰੂਹ ਨੇ ਅੱਜ ਦੁੱਖ ਹਿਜ਼ਰ ਦਾ ਮੇਰੇ ਤੋਂ ਲਿਖਵਾਇਆ ਹੈ, ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ, ਮੈਂ ਤੈਨੂੰ ਚਾਹੁੰਦੀ ਹਾਂ, ਜਿਸ ਤਰ੍ਹਾਂ ਕੋਈ ਮਾਂ ਮਤਰਿਆ ਬਾਲ ਆਪਣੀ ਮਾਂ ਦੀ ਬੁੱਕਲ ਚਾਹੁੰਦਾ, ਜਿਸ ਤਰ੍ਹਾਂ ਕੋਈ ਔੜਾ ਮਾਰੀ ਧਰਤ ਕਿਸੇ ਬੱਦਲ ਨੂੰ ਚਾਹੁੰਦੀ, ਜਿਸ ਤਰ੍ਹਾਂ ਕੋਈ ਕਿਸਾਨ ਆਪਣੀ ਫਸਲ ਨੂੰ ਚਾਹੁੰਦਾ। ਰੋਜ਼ਾਨਾ ਪ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਅੱਜ ਅਸੀਂ ਇੱਕ ਨੌਜਵਾਨ ਸ਼ਾਇਰਾ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਦੀਆਂ ਗਜ਼ਲਾਂ ਕਵਿਤਾਵਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਨੇ ਤੇ ਉਸ ਸ਼ਾਇਰਾ ਨੂੰ ਹਰ ਪੰਜਾਬੀ ਸਾਹਿਤ ਸਭਾ ਵੱਲੋਂ ਸੱਦ ਕੇ ਸਨਮਾਨਿਤ ਕੀਤਾ ਜਾ ਰਿਹਾ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹ ਛੋਟੀ ਜੀ ਉਮਰ ਦੇ ਵਿੱਚ ਬਹੁਤ ਵਧੀਆ ਲਿਖ ਰਹੇ ਨੇ ਜਿਸ ਨੂੰ ਵੱਡੇ ਵੱਡੇ ਰਾਈਟਰਾਂ ਵੱਲੋਂ ਜਿਹੜਾ ਆ ਸਨਮਾਨ ਮਿਲ ਰਿਹਾ ਹੈ। ਅੱਜ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸ਼ਾ ਸ਼ੀਨਾ ਦੇ ਰਹਿਣ ਵਾਲੇ ਜੋਬਨਰੂਪ ਸ਼ੀਨਾ, ਜਿਨ੍ਹਾਂ ਨੂੰ ਫੇਸਬੁੱਕ, YouTube ਤੇ ਸੋਸ਼ਲ ਮੀਡੀਆ ਦੀਆਂ ਹੋਰ ਵੀ ਸਾਈਟਾਂ ਦੇ ਉੱਤੇ ਜੋਬਨਰੂਪ ਸ਼ੀਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਡੇ ਨਾਲ ਨੇ, ਮੈਂ ਸਵਾਗਤ ਕਰਦਾ ਹਾਂ ਤੁਹਾਡਾ ਸਾਡੇ ਚੈਨਲ 'ਤੇ ਜੀ। ਸਤਿ ਸ਼੍ਰੀ ਅਕਾਲ ਜੀ।
ਜੋਬਨ ਜੀ, ਸਭ ਤੋਂ ਪਹਿਲਾਂ ਮੈਂ ਚਾਹਾਂਗਾ ਗੱਲਾਂ ਬਾਤਾਂ ਫੇਰ ਕਰਾਂਗੇ, ਪਹਿਲਾਂ ਸਾਡੇ ਦਰਸ਼ਕਾਂ ਨੂੰ ਕੁਝ ਸੁਣਾ ਦਿਓ ਤਾਂ ਕਿ ਸਾਡੇ ਦਰਸ਼ਕ ਵੀ ਤੁਹਾਡੀ ਲਿਖਤ ਦਾ ਆਨੰਦ ਮਾਣ ਸਕਣ। ਜੀ ਜ਼ਰੂਰ। ਇੱਕ ਗਜ਼ਲ ਹੈ। ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਕਾਗਜ਼ ਦੀ ਹੈ ਕਿਸ਼ਤੀ ਮੇਰੀ, ਕਾਗਜ਼ ਦੀ ਪਤਵਾਰ, ਚਾਰ ਚੁਫੇਰੇ ਅੱਗ ਦਾ ਦਰਿਆ, ਮੈਂ ਦਰਿਆ ਵਿਚਕਾਰ, ਚਾਰ ਚੁਫੇਰੇ ਅੱਗ ਦਾ ਦਰਿਆ, ਮੈਂ ਵੀ ਤੂੰ ਵੀ ਦੁਨੀਆਦਾਰੀ ਤੇ ਸਾਰਾ ਪਰਿਵਾਰ, ਮੈਂ ਵੀ ਤੂੰ ਵੀ ਦੁਨੀਆਦਾਰੀ ਤੇ ਸਾਰਾ ਪਰਿਵਾਰ, ਮੇਰੇ ਦਿਲ ਦੀ ਮਾਸਾ ਹਸਤੀ ਤੇ ਕਿੰਨਾ ਹੈ ਪਾਰ, ਚੁਫੇਰੇ ਅੱਗ ਦਾ ਦਰਿਆ। ਵਾਹ ਜੀ ਵਾਹ, ਬਹੁਤ ਹੀ ਪਿਆਰੀ ਗਜ਼ਲ ਤੇ ਬਹੁਤ ਹੀ ਸੋਹਣੀ ਆਵਾਜ਼। ਕਹਿੰਦੇ ਨੇ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਜੇਕਰ ਕਲਮ ਵੀ ਆਪਣੀ ਹੋਵੇ ਤੇ ਆਵਾਜ਼ ਵੀ ਆਪਣੀ ਹੋਵੇ। ਬਹੁਤ ਹੀ ਪਿਆਰੀ ਆਵਾਜ਼। ਜੋਬਨ ਜੀ, ਮੈਂ ਸਵਾਲ ਕਰਨਾ ਚਾਹਾਂਗਾ ਕਿ ਇੱਕ ਪਛੜੇ ਜਿਹੇ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਇਸ ਤਰੀਕੇ ਦੀਆਂ ਗਜ਼ਲਾਂ ਲਿਖਦੀ ਹੈ ਕਿ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ, ਫਿਰ ਕਿਸ ਤਰੀਕੇ ਦੇ ਨਾਲ ਲਿਖਣ ਵੱਲ ਜਿਹੜਾ ਆ ਰੁਝਾਨ ਹੋਇਆ? ਇਹ ਤੇ ਰੱਬ ਵੱਲੋਂ ਹੀ ਇੱਕ ਦਾਤ ਹੁੰਦੀ ਹੈ ਕਿ ਗੋਡ ਗਿਫਟ ਮਿਲਿਆ ਹੁੰਦਾ ਹੈ, ਬਸ ਉਸ ਨੂੰ ਤਰਾਸ਼ਣ ਦੀ, ਆਪਣੇ ਅੰਦਰੋਂ ਲੱਭਣ ਦੀ ਲੋੜ ਹੁੰਦੀ ਹੈ। ਤੇ ਉਹੀ ਹੋਇਆ ਕਿ ਜਦੋਂ ਮੈਂ ਸਕੂਲ ਟਾਈਮ ਸੀਗੀ ਤੇ ਮੈਂ 8th ਕਲਾਸ 'ਚ ਸੀਗੀ ਤੇ ਮੇਰੇ ਇੱਕ ਟੀਚਰ ਨੇ ਪੰਜਾਬੀ ਦੇ ਨੇ ਕਿਹਾ ਮੈਨੂੰ ਕਿ ਤੁਸੀਂ ਕੋਈ ਲਿਖ ਕੇ ਲੈ ਕੇ ਆਇਓ, ਸਾਰੀ ਕਲਾਸ ਨੂੰ ਕਿਹਾ ਕਿ ਕੁਛ ਨਾ ਕੁਛ ਲਿਖ ਕੇ ਲੈ ਕੇ ਆਇਓ। ਤੇ ਉਹ ਮੇਰੇ ਅੰਦਰ ਕੋਈ ਹੁਨਰ ਸੀਗਾ ਜਿਹੜਾ ਛੁਪਿਆ ਹੋਇਆ ਸੀ, ਤੇ ਸਰ ਦੇ ਕਹਿਣ ਦੇ ਨਾਲ ਜਦੋਂ ਉਹ ਬਾਹਰ ਆਉਣਾ ਸੀਗਾ ਤੇ ਉਹ ਆਇਆ। ਫਿਰ ਜਦੋਂ ਮੈਂ ਉਹ ਇੱਕ ਕਵਿਤਾ ਲਿਖੀ ਤੇ ਉਹ ਮੈਂ ਸਰ ਨੂੰ ਜਾ ਕੇ ਦਿਖਾਈ ਤੇ ਛੋਟੀ ਉਮਰ ਵਿੱਚ ਹੀ ਜਦੋਂ ਮੈਂ ਉਹ ਲਿਖੀ ਤੇ ਸਰ ਨੂੰ ਬੜੀ ਪਸੰਦ ਆਈ। ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਇਹਦੇ ਵੱਲ ਰੁਝਾਨ ਵਧਣਾ ਸ਼ੁਰੂ ਹੋ ਗਿਆ। ਫਿਰ ਮੈਨੂੰ ਸੀਗਾ ਕਿ ਮੈਂ ਹੋਰਾਂ ਦੀਆਂ ਕਵਿਤਾਵਾਂ ਵੀ ਪੜ੍ਹਾਂ। ਫਿਰ ਮੈਂ ਲਾਇਬ੍ਰੇਰੀ ਜਾਣਾ ਸ਼ੁਰੂ ਕਰ ਦਿੱਤਾ, ਜਿੰਨੀਆਂ ਉੱਥੇ ਮੈਨੂੰ ਕਿਤਾਬਾਂ ਮਿਲਦੀਆਂ ਸੀ ਕਵਿਤਾਵਾਂ ਵਾਲੀਆਂ ਮੈਂ ਉੱਥੇ ਪੜ੍ਹਨਾ ਸ਼ੁਰੂ ਕਰ ਦਿੱਤਾ। ਲਗਭਗ ਸਾਰੀਆਂ ਹੀ ਕਵਿਤਾਵਾਂ ਵਾਲੀਆਂ ਜਿਹੜੀਆਂ ਸੀ ਉਦੋਂ ਮੈਂ ਪੜ੍ਹ ਚੁੱਕੀ ਸੀ। ਸੁਰਜੀਤ ਪਾਤਰ ਹੋਰੀ ਹੋ ਗਏ, ਇਹਨਾਂ ਨੂੰ ਸ਼ਿਵ ਕੁਮਾਰ ਬਟਾਲਵੀ ਹੋ ਗਏ, ਇਹਨਾਂ ਨੂੰ ਇਹ ਆਮ ਹੀ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀ 'ਚ ਮਿਲ ਜਾਂਦੇ ਨੇ। ਅਤੇ ਮੈਂ ਉਦੋਂ ਹੀ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਇੱਦਾਂ ਹੀ ਹੌਲੀ ਹੌਲੀ ਫਿਰ ਜਦੋਂ ਆਮਦ ਹੋਣੀ ਫਿਰ ਲਿਖ ਲੈਣਾ। ਅੱਜ ਦੇ ਯੁੱਗ ਦੇ ਵਿੱਚ ਹਰ ਬੱਚਾ ਕੰਪਿਊਟਰ ਨਾਲ ਜੁੜਿਆ ਹੈ, ਮੋਬਾਈਲਾਂ ਨਾਲ ਜੁੜਿਆ ਹੈ। ਜੀ, ਤੁਸੀਂ ਮੋਬਾਈਲ ਤੇ ਕੰਪਿਊਟਰ ਦੀ ਵਰਤੋਂ ਕਰਨ ਦੀ ਬਜਾਏ ਕਿਤਾਬਾਂ ਨੂੰ ਟਾਈਮ ਦੇ ਰਹੇ ਹੋ। ਜੀ, ਕਿਵੇਂ ਲੱਗਦਾ ਹੈ ਕਿ ਇਹ ਕਿਸ ਤਰੀਕੇ ਨਾਲ ਸੰਭਵ ਹੋਇਆ? ਕਿਤਾਬਾਂ, ਮੈਨੂੰ ਲੱਗਦਾ ਹੈ ਕਿ ਕਿਤਾਬਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਦਾ ਹੈ। ਮੈਂ ਅੱਜ ਦੇ ਯੂਥ ਨੂੰ ਵੀ ਇਹੀ ਪ੍ਰੇਰਿਤ ਕਰਦੀ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਤੋਂ ਹਟ ਕੇ, ਕਿਉਂਕਿ ਸੋਸ਼ਲ ਮੀਡੀਆ 'ਤੇ ਅਸੀਂ ਟਾਈਮ ਵੇਸਟ ਕਰਦੇ ਹਾਂ, ਸਕਰੋਲ ਕਰਦੇ ਰਹਿੰਦੇ ਹਾਂ ਚੀਜ਼ਾਂ ਨੂੰ, ਅਤੇ ਉਹਦੇ ਤੋਂ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਬਹੁਤਾ। ਅਤੇ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਕਿਤਾਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਮਿਲਦਾ ਹੈ। ਇੱਕ ਤਾਂ ਜਦੋਂ ਅਸੀਂ ਫ਼ੋਨ 'ਤੇ ਯੂਜ਼ ਕਰਦੇ ਹਾਂ, ਫ਼ੋਨ ਦੇ ਨਾਲ ਸਾਡੀਆਂ ਅੱਖਾਂ ਖਰਾਬ ਹੁੰਦੀਆਂ, ਕਈ ਪ੍ਰੋਬਲਮਸ ਆਉਂਦੀਆਂ। ਪਰ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ, ਕਿਤਾਬ ਦੇ ਵਿੱਚ ਸਾਨੂੰ ਅਲੱਗ ਚੀਜ਼ਾਂ ਮਿਲਦੀਆਂ, ਇੱਕ ਰੂਹਾਨੀਅਤ ਵੀ ਮਿਲਦੀ ਹੈ। ਮੇਰਾ ਹੁੰਦਾ ਹੈ ਕਿ ਜਦੋਂ ਮੈਂ ਕਿਤਾਬ ਫੜ ਲੈਂਦੀ ਹਾਂ, ਉਹਨੂੰ ਪੜ੍ਹਨ ਲੱਗ ਜਾਂਦੀ ਹਾਂ, ਅਤੇ ਫਿਰ ਮੇਰਾ ਜੀਅ ਨਹੀਂ ਕਰਦਾ ਕਿ ਉਹਨੂੰ ਛੱਡਾਂ। ਅਤੇ ਮੈਨੂੰ ਇਹੀ ਹੈ ਕਿ ਮੈਂ ਦੂਜਿਆਂ ਨੂੰ ਵੀ ਇਹੀ ਪ੍ਰੇਰਿਤ ਕਰਾਂ ਕਿ ਉਹ ਕਿਤਾਬਾਂ ਦੇ ਨਾਲ ਜੁੜਨ। ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਸਹਿਮਤੀ ਪ੍ਰਗਟਾਵਾਂਗੇ ਜੋਬਨ ਰੂਪ ਦੀ ਗੱਲ ਦੇ ਨਾਲ ਕਿ ਬਿਲਕੁਲ ਕਿਤਾਬਾਂ ਜਿਹੜੀਆਂ ਨੇ ਸਾਡੀ ਜ਼ਿੰਦਗੀ ਦਾ ਸਾਰ ਹੁੰਦੀਆਂ ਨੇ। ਕਿਤਾਬਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਜੇਕਰ ਤੁਸੀਂ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਕਿਤਾਬਾਂ ਨਾਲ ਜੁੜੋਗੇ ਤਾਂ ਬਹੁਤ ਕੁਝ ਪ੍ਰਾਪਤ ਕਰੋਗੇ। ਜੋਬਨ, ਮੈਂ ਇੱਥੇ ਸਵਾਲ ਕਰਨਾ ਚਾਹਾਂਗਾ ਕਿ ਇੱਕ ਪੇਂਡੂ ਪਰਿਵਾਰ ਦੀ ਕੁੜੀ ਹੋਣ ਦੇ ਨਾਤੇ ਤੁਸੀਂ ਲਿਖ ਰਹੇ ਹੋ, ਗਾ ਵੀ ਰਹੇ ਹੋ, ਜੀ,
ਪਰ ਪਰਿਵਾਰ ਐਸੇ ਹੁੰਦੇ ਨੇ ਪਿੰਡਾਂ ਦੇ ਵਿੱਚ ਕੁੜੀਆਂ ਨੂੰ ਅਜਿਹੀਆਂ ਫੀਲਡਾਂ ਦੇ ਵਿੱਚ ਆਉਣ ਤੋਂ ਵਰਜਦੇ ਨੇ। ਫਿਰ ਪਰਿਵਾਰ ਦਾ ਕਿਸ ਤਰੀਕੇ ਦਾ ਸਾਥ ਹੈ, ਮਾਂ-ਬਾਪ ਦਾ ਕਿਸ ਤਰੀਕੇ ਦਾ ਸਾਥ ਹੈ, ਭੈਣ ਭਰਾਵਾਂ ਦਾ ਕਿਸ ਤਰੀਕੇ ਦਾ ਸਾਥ ਮਿਲ ਰਿਹਾ ਇਹਦੇ ਵਿੱਚ? ਜੀ ਮੇਰੇ ਪਾਪਾ ਨੇ ਉਹ ਬਹੁਤ ਸਾਥ ਦਿੰਦੇ ਨੇ ਮੇਰੇ, ਜਿੱਥੇ ਕਿਤੇ ਵੀ ਮੈਨੂੰ ਕਿ ਬੁਲਾਇਆ ਜਾਂਦਾ ਹੈ ਮੇਰੇ ਨਾਲ ਜਾਂਦੇ ਨੇ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਮੈਨੂੰ ਬਚਪਨ ਦੇ ਵਿੱਚ ਮੈਨੂੰ ਗਾਉਣ ਦਾ ਸ਼ੌਂਕ ਸੀਗਾ, ਅਤੇ ਉਦੋਂ ਮੈਂ ਕਹਿੰਦੀ ਹੁੰਦੀ ਸੀਗੀ ਕਿ ਮੈਂ ਅੱਗੇ ਜਿਹੜੀ ਸਟੱਡੀ ਹੈ ਜਦੋਂ ਮੈਂ ਡਿਗਰੀ ਕਰਾਂਗੀ ਅਤੇ ਮੈਂ ਮਿਊਜ਼ਿਕ 'ਚ ਕਰਨੀ ਹੈ। ਉਦੋਂ ਮੈਨੂੰ ਵਰਜਿਆ ਗਿਆ ਕਿ ਨਹੀਂ, ਅਸੀਂ ਮਤਲਬ ਕਿ ਮਿਊਜ਼ਿਕ ਵਾਲੀ ਲਾਈਨ 'ਚ ਨਹੀਂ ਜਾਣਾ, ਇਹ ਲਾਈਨ ਸਹੀ ਨਹੀਂ ਹੈਗੀ ਕੁੜੀਆਂ ਵਾਸਤੇ। ਅਤੇ ਚਲੋ ਮੇਰੇ ਅੰਦਰ ਦਾ ਸ਼ੌਂਕ ਸੀਗਾ ਮਿਊਜ਼ਿਕ ਦੀ ਲਾਈਨ 'ਚੋਂ, ਚਲੋ ਮੈਂ ਨਹੀਂ ਗਈ, ਮੈਂ ਮੈਡੀਕਲ ਦੇ ਵਿੱਚ ਗਈ, ਮੈਂ BSc ਮੈਡੀਕਲ ਕੀਤੀ ਹੋਈ ਆ। ਅਤੇ ਪਰ ਮੇਰਾ ਜਿਹੜਾ ਅੰਦਰ ਦਾ ਜਿਹੜਾ ਕੀੜਾ ਸੀ ਨਾ, ਕਹਿੰਦੇ ਕਿ ਉਹ ਜਿਹੜਾ ਇੱਕ ਵਾਰੀ ਪੈਦਾ ਹੋ ਜੇ ਉਹ ਨਹੀਂ ਖਤਮ ਹੁੰਦਾ, ਅਤੇ ਉਹ ਮੇਰਾ ਸ਼ੌਂਕ ਹੈ ਜਿਹੜਾ ਉਹ ਫਿਰ ਇਸ ਤਰੀਕੇ ਦੇ ਨਾਲ ਬਾਹਰ ਮੈਂ ਕੱਢਦੀ ਹਾਂ ਆਪਣਾ। ਜਿਵੇਂ ਹੁਣ ਮੈਂ ਗਜ਼ਲਾਂ ਲਿਖਦੀ ਹਾਂ ਅਤੇ ਗਜ਼ਲਾਂ ਨੂੰ ਮੇਰਾ ਹੁੰਦਾ ਹੈ ਕਿ ਮੈਂ ਉਹਨੂੰ ਗਾ ਕੇ ਪੇਸ਼ ਕਰਾਂ। ਇੱਕ ਤਾਂ ਵੈਸੇ ਵੀ ਕਹਿੰਦੇ ਨੇ ਨਾ ਕਿ ਗਜ਼ਲ ਦਾ ਅਤੇ ਉਹਨੂੰ ਜਿਹੜਾ ਗਾ ਲੈਣਾ ਉਹਦਾ ਬੜਾ ਤਾਲਮੇਲ ਹੁੰਦਾ ਆ, ਅਤੇ ਤਰੰਨੁਮ ਦਾ ਅਤੇ ਗਜ਼ਲ ਦਾ ਕਹਿੰਦੇ ਨਾ ਕਿ ਬੜਾ ਤਾਲਮੇਲ ਗਹਿਰਾ ਹੁੰਦਾ ਹੈ। ਅਤੇ ਮੈਂ ਰੱਬ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਉਹਨਾਂ ਨੇ ਜੇ ਮੈਨੂੰ ਗਜ਼ਲ ਬਖਸ਼ੀ ਹੈ ਅਤੇ ਉਹ ਮੈਨੂੰ ਆਪੇ ਹੀ ਲਹਿਰਾਂ ਵੀ ਉਹਦੀਆਂ ਬਖਸ਼ ਦਿੰਦਾ, ਲੈਅ ਵੀ ਬਖਸ਼ ਦਿੰਦਾ ਹੈ ਉਹਦੀ, ਅਤੇ ਉਹਦੇ ਸੁਰ ਵੀ ਆਪੇ ਹੀ ਬਖਸ਼ ਦਿੰਦਾ ਹੈ। ਅਤੇ ਉਹ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਮੈਂ ਪੇਸ਼ ਕਰਾਂ, ਅਤੇ ਜੇ ਮੈਂ ਗਜ਼ਲ ਨੂੰ ਪੇਸ਼ ਕਰਾਂ ਅਤੇ ਉਹਨੂੰ ਗਾ ਕੇ ਪੇਸ਼ ਕਰਾਂ। ਜੋਬਨ, ਮੈਂ ਚਾਹਾਂਗਾ ਇੱਥੇ ਨਾਲ ਦੀ ਨਾਲ ਇੱਕ ਹੋਰ ਗਜ਼ਲ ਜਾਂ ਕੋਈ ਕਵਿਤਾ ਜਿਹੜੀ ਆ ਸਾਂਝੀ ਕਰ ਲਈ ਜਾਵੇ। ਹਾਂਜੀ ਜ਼ਰੂਰ। ਇੱਕ ਮੇਰੀ ਛਪੀ ਸੀਗੀ ਮੈਗਜ਼ੀਨ ਦੇ ਵਿੱਚ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਜ਼ਿੰਦਗੀ ਮਹਿਕਾ ਰਿਹਾ ਸੀ ਪਾਕ ਮੰਦਰ ਦੀ ਤਰ੍ਹਾਂ, ਮਾਰੂਥਲ ਨੂੰ ਮਿਲ ਰਿਹਾ ਸੀ ਉਹ ਸਮੰਦਰ ਦੀ ਤਰ੍ਹਾਂ। ਜ਼ਿੰਦਗੀ ਮਹਿਕਾ ਰਿਹਾ ਸੀ ਜਾਣ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ, ਜਾਣ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ। ਦਿਲ ਮੇਰੇ ਨੂੰ ਸਮਝਦਾ ਸੀ ਜੋ ਕਦੇ ਕਰਦੀ ਤਰ੍ਹਾਂ। ਜ਼ਿੰਦਗੀ ਮਹਿਕਾ ਰਿਹਾ ਸੀ ਨਾ ਡਰੋ ਮੈਂ ਨਾਲ ਹਾਂ ਹੋਰਾਂ ਨੂੰ ਕਹਿੰਦਾ ਫਿਰ ਰਿਹਾ, ਨਾ ਡਰੋ ਮੈਂ ਨਾਲ ਹਾਂ ਹੋਰਾਂ ਨੂੰ ਕਹਿੰਦਾ ਫਿਰ ਰਿਹਾ। ਬਿਨ ਜਿਹਦੇ ਮੈਂ ਪੁੱਟਿਆ ਹੈ ਹਰ ਕਦਮ ਡਰ ਦੀ ਤਰ੍ਹਾਂ। ਜ਼ਿੰਦਗੀ ਮਹਿਕਾ ਰਿਹਾ ਸੀ ਮੈਂ ਦੁਆਵਾਂ ਮੰਗਦੀ ਸਾਂ ਜਿਸ ਜਿਹਾ ਕਦੇ ਹੋਣ ਲਈ, ਮੈਂ ਦੁਆਵਾਂ ਮੰਗਦੀ ਸਾਂ ਜਿਸ ਜਿਹਾ ਕਦੇ ਹੋਣ ਲਈ। ਆਖਦੀ ਹਾਂ ਕੋਈ ਨਾ ਹੋਵੇ ਉਹ ਸਿਤਮ ਘਰ ਦੀ ਤਰ੍ਹਾਂ। ਜ਼ਿੰਦਗੀ ਮਹਿਕਾ ਰਿਹਾ ਸੀ। ਵਾਹ ਜੀ ਵਾਹ, ਬਹੁਤ ਹੀ ਪਿਆਰੀ ਆਵਾਜ਼, ਬਹੁਤ ਹੀ ਸੋਹਣੀ ਗਜ਼ਲ, ਬਿਲਕੁਲ ਸੱਚ ਹੀ ਹੈ ਕਿ ਤਰੰਨਮ ਅਤੇ ਗਜ਼ਲ ਦਾ ਜਿਹੜਾ ਮੇਲ ਹੁੰਦਾ ਹੈ ਉਹ ਬਾਕਮਾਲ ਹੁੰਦਾ ਹੈ। ਜੋਬਨ, ਮੈਂ ਇੱਥੇ ਸਵਾਲ ਕਰਨਾ ਚਾਹਾਂਗਾ ਕਿ ਪੜ੍ਹਾਈ ਕਿੱਥੋਂ ਤੀਕਰ ਕੀਤੀ ਹੈ? ਜੀ ਹੁਣ ਮੈਂ MA ਪੰਜਾਬੀ ਕਰਦੀ ਪਈ ਹਾਂ। ਅਤੇ ਫਿਰ ਪੜ੍ਹਾਈ ਦੇ ਨਾਲ ਨਾਲ ਲਿਖਣਾ ਕਿਵੇਂ ਸੰਭਵ ਹੁੰਦਾ ਹੈ? ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰਾ ਸ਼ੌਂਕ ਸੀਗਾ ਕਿ ਮੈਂ ਇਹਦੇ ਨਾਲ ਜੁੜਾਂ, ਅਤੇ ਬਚਪਨ ਵੇਲੇ ਤੋਂ ਹੀ ਮੈਂ ਮਤਲਬ ਕਿ ਕਵਿਤਾਵਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਮੈਂ BSc 'ਚ ਸੀਗੀ, BSc ਮੈਡੀਕਲ 'ਚ ਭਾਵੇਂ ਮੈਨੂੰ ਵਕਤ ਥੋੜ੍ਹਾ ਮਿਲਦਾ ਹੁੰਦਾ ਸੀ, ਪਰ ਜਦੋਂ ਵੀ ਮੈਨੂੰ ਲੈਕਚਰ ਫ੍ਰੀ ਮਿਲਦਾ ਸੀ ਅਤੇ ਮੇਰਾ ਟਿਕਾਣਾ ਜਿਹੜਾ ਸੀ ਲਾਇਬ੍ਰੇਰੀ ਹੁੰਦਾ ਸੀ, ਕਿਉਂਕਿ ਕੁੜੀਆਂ ਨੂੰ ਮੈਂ ਦੱਸ ਕੇ ਨਹੀਂ ਸੀ ਜਾਂਦੀ ਹੁੰਦੀ ਸੀ, ਅਚਾਨਕ ਹੀ ਚਲੀ ਜਾਂਦੀ ਹੁੰਦੀ ਸੀ, ਅਤੇ ਉਹਨਾਂ ਨੇ ਸੋਚ ਲੈਣਾ ਕਿ ਹਾਂ ਜੋਬਨ ਹੋਰ ਕਿਤੇ ਨਹੀਂ ਲਾਇਬ੍ਰੇਰੀ ਬੈਠੀ ਹੋਊਗੀ। ਉੱਥੇ ਜਿਹੜੇ ਮੈਗਜ਼ੀਨ ਹੁੰਦੇ ਸੀ ਜਾਂ ਕਵਿਤਾਵਾਂ ਵਾਲੀਆਂ ਕਿਤਾਬਾਂ ਹੁੰਦੀਆਂ ਸੀ, ਅਤੇ ਮੈਂ ਉੱਥੇ ਜਾ ਕੇ ਅਤੇ ਉਹ ਪੜ੍ਹਦੀ ਰਹਿਣਾ, ਜਾਂ ਕੋਈ ਇਸ਼ੂ ਕਰਾ ਲਿਆਉਣੀ ਘਰ ਆ ਕੇ ਪੜ੍ਹ ਲੈਣਾ।
ਇੱਦਾਂ ਕਰਦੀ ਰਹਿਣਾ। ਅਤੇ ਇੱਦਾਂ ਹੌਲੀ ਹੌਲੀ ਮੇਰਾ ਜਿਹੜੀ ਇਹ ਚੇਟਕ ਆ ਸਾਹਿਤ ਦੇ ਨਾਲ ਤੇ ਲੱਗੀ। ਉਸ ਤੋਂ ਬਾਅਦ ਜਦੋਂ ਇੱਕ ਤਾਂ ਕਰੋਨਾ ਆ ਗਿਆ, ਲੋਕਡਾਊਨ ਸੀਗਾ, ਅਤੇ ਉਦੋਂ ਹੌਲੀ ਹੌਲੀ ਮੈਂ ਜਿਹੜੀਆਂ ਆਪਣੀਆਂ ਕਵਿਤਾਵਾਂ ਸੀਗੀਆਂ ਉਹ ਫੇਸਬੁੱਕ 'ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਦੇ ਨਾਲ ਇਹ ਮੈਨੂੰ ਮਿਲਿਆ ਕਿ ਮੇਰੀਆਂ ਕਵਿਤਾਵਾਂ ਨੂੰ ਵੀ ਹੁੰਗਾਰਾ ਮਿਲਿਆ। ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਮੈਂ ਚੰਗਾ ਲਿਖਦੀ ਹਾਂ ਜਾਂ ਮਾੜਾ ਲਿਖਦੀ ਹਾਂ। ਮੇਰੇ ਅੰਦਰ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹਨਾਂ ਨੂੰ ਮੈਂ ਲਿਖ ਦਿੰਦੀ ਸੀ। ਹੁਣ ਇਹਦਾ ਤਾਂ ਫੈਸਲਾ ਉਹੀ ਕਰਨਗੇ ਨਾ ਜੋ ਇਹਦੀ ਸਮਝ ਰੱਖਦੇ ਨੇ। ਜਦੋਂ ਮੈਂ ਫੇਸਬੁੱਕ 'ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਕੁਝ ਅਜਿਹੇ ਸੀਗੇ ਜਿਨ੍ਹਾਂ ਨੇ ਇਸ ਨੂੰ ਸਲਾਹਿਆ। ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਕਿ ਪੰਜਾਬੀ ਦੀ ਪੜ੍ਹਾਈ ਜ਼ਰੂਰ ਕਰੋ, ਤੁਹਾਡੀ ਕਵਿਤਾ ਦੇ ਵਿੱਚ ਹੋਰ ਨਿਖਾਰ ਆਏਗਾ, ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀ ਕਿਹੜੀ ਚੀਜ਼ ਪੜ੍ਹੀ ਦੀ ਹੈ, ਕਿਹੜੀਆਂ ਚੀਜ਼ਾਂ ਦੇ ਸਾਡੇ ਵਾਸਤੇ ਲਾਹੇਵੰਦ ਨੇ, ਸਾਡੀ ਕਵਿਤਾ ਵਾਸਤੇ ਲਾਹੇਵੰਦ ਨੇ। ਉਸੇ ਤਰ੍ਹਾਂ ਫਿਰ ਜਦੋਂ ਕਰੋਨਾ ਦੇ ਟਾਈਮ ਵਿੱਚ ਫ੍ਰੀ ਸੀ, ਪਹਿਲਾਂ ਤਾਂ ਮੇਰਾ ਇਰਾਦਾ ਸੀਗਾ ਕਿ ਮੈਂ ਫੋਰਨ ਜਾਣਾ ਆ ਆਪਣੀ ਹਾਇਰ ਸਟੱਡੀਜ਼ ਵਾਸਤੇ। ਅਤੇ ਫਿਰ ਮੈਂ ਸੋਚਿਆ ਕਿ ਚਲੋ ਨਾਲ ਨਾਲ MA ਪੰਜਾਬੀ ਕਰ ਲੈਂਦੀ ਹਾਂ, ਜਦੋਂ ਫਾਈਲ ਲੱਗੇਗੀ ਦੇਖੀ ਜਾਊਗੀ। ਪਰ ਜਦੋਂ ਮੈਂ MA ਪੰਜਾਬੀ ਦੇ ਵਿੱਚ ਆ ਗਈ, ਫਿਰ ਮੈਂ ਜਦੋਂ ਸਾਹਿਤ ਨੂੰ ਪੜ੍ਹਨਾ ਸ਼ੁਰੂ ਕੀਤਾ, ਪਤਾ ਲੱਗਾ, ਫਿਰ ਮੈਨੂੰ ਸੀਗਾ ਕਿ ਨਹੀਂ, ਮੈਂ ਇਹਨੂੰ ਵਿੱਚ ਨਹੀਂ ਛੱਡਣਾ, ਮੈਂ ਇਹਨੂੰ ਕੰਪਲੀਟ ਕਰਨਾ। ਫਿਰ ਇਹਨੂੰ ਮੈਂ ਅੱਗੇ ਇਹਦਾ ਮੈਂ ਪੜ੍ਹਦੀ ਰਹੀ। ਇਹਦੇ ਨਾਲ ਮੈਨੂੰ ਬਹੁਤ ਫਾਇਦਾ ਵੀ ਹੋਇਆ, ਮੇਰੀ ਕਵਿਤਾ ਦੇ ਵਿੱਚ ਹੋਰ ਨਿਖਾਰ ਵੀ ਆਉਂਦਾ ਗਿਆ। ਐਸੀਆਂ ਜਗ੍ਹਾਵਾਂ ਜਿਨ੍ਹਾਂ ਦਾ ਮੈਨੂੰ ਕੋਈ ਥਹੁ ਪਤਾ ਨਹੀਂ ਸੀ ਹੁੰਦਾ ਵੀ ਕੋਈ ਕਵੀ ਦਰਬਾਰ ਵੀ ਹੁੰਦੇ ਆ, ਇੱਦਾਂ ਵੀ ਮੁਸ਼ਾਇਰੇ ਵੀ ਲੱਗਦੇ ਨੇ। ਉੱਥੇ ਵੀ ਮੈਨੂੰ ਫੇਸਬੁੱਕ ਦੇ ਜ਼ਰੀਏ ਮੈਨੂੰ ਲੋਕਾਂ ਨੇ ਇਨਵਾਈਟ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਧਰਵਿੰਦਰ ਔਲਖ ਸਰ ਹੋਣਾ ਨੇ ਹੀ ਮੈਨੂੰ ਇਨਵਾਈਟ ਕੀਤਾ ਸੀ। ਕੁਲਦੀਪ ਦਰਾਜਕੇ ਸਰ ਹੋਣਾ ਨੇ ਮੇਰੀ ਕਵਿਤਾ ਜਿਹੜੀ ਸੀ ਉਹ ਫੇਸਬੁੱਕ 'ਤੇ ਪੜ੍ਹੀ, ਅਤੇ ਉਹਨਾਂ ਨੇ ਹੀ ਮੈਨੂੰ ਕਿਹਾ ਸੀਗਾ ਕਿ ਤੁਹਾਨੂੰ ਇੱਕ ਕਵੀ ਦਰਬਾਰ ਦੇ ਵਿੱਚ ਅਸੀਂ ਬੁਲਾਉਣਾ ਹੈ ਅਤੇ ਤੁਸੀਂ ਜ਼ਰੂਰ ਆਇਓ। ਅਤੇ ਉਹ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਸੀ ਕਿ ਮੈਂ ਕਦੀ ਕਿਸੇ ਕਵੀ ਦਰਬਾਰ ਦੇ ਵਿੱਚ ਨਹੀਂ ਸੀ ਗਈ। ਮੈਨੂੰ ਨਹੀਂ ਸੀ ਪਤਾ ਕਿ ਕਵੀ ਦਰਬਾਰ ਦੇ ਵਿੱਚ ਕਿਸ ਤਰ੍ਹਾਂ ਸ਼ਿਰਕਤ ਕੀਤੀ ਜਾਂਦੀ ਹੈ। ਉੱਥੇ ਫਿਰ ਮੈਂ ਜਦੋਂ ਕਵਿਤਾ ਸੁਣਾਈ, ਉਹਨਾਂ ਨੂੰ ਪਸੰਦ ਆਈ। ਹੌਲੀ ਹੌਲੀ ਜਦੋਂ ਮੈਂ ਫੇਸਬੁੱਕ 'ਤੇ ਉਹਨਾਂ ਨੂੰ ਉਹ ਚੀਜ਼ਾਂ ਨੂੰ ਸਾਂਝੀਆਂ ਕਰਦੀ ਗਈ, ਹੋਰਾਂ ਜਿਹੜੀਆਂ ਸਾਹਿਤ ਸਭਾਵਾਂ ਸੀਗੀਆਂ ਉਹਨਾਂ ਨੇ ਵੀ ਮੈਨੂੰ ਮੌਕਾ ਦਿੱਤਾ ਕਿ ਮੈਂ ਉੱਥੇ ਜਾ ਕੇ ਪੇਸ਼ ਕਰ ਸਕਾਂ। ਇਸ ਤਰ੍ਹਾਂ ਹੀ ਜਦੋਂ ਮੈਂ ਸਾਹਿਤ ਸਭਾਵਾਂ ਦੇ ਵਿੱਚ ਜਾ ਕੇ ਪੇਸ਼ ਕਰਦੀ ਰਹੀ, ਫਿਰ ਉਹਨਾਂ ਨੂੰ ਜੇ ਲੱਗਾ ਕਿ ਮੇਰੀ ਕਵਿਤਾ 'ਚ ਕੋਈ ਦਮ ਹੈ, ਫਿਰ ਉਹਨਾਂ ਨੇ ਆਪਣੇ ਮੈਗਜ਼ੀਨਸ, ਜਿਵੇਂ ਏਕਮ ਮੈਗਜ਼ੀਨ ਹੋ ਗਿਆ, ਸੰਭਾਵਨਾ ਮੈਗਜ਼ੀਨ ਹੋ ਗਿਆ, ਏਕਾ ਮੈਗਜ਼ੀਨ ਦੀ ਮੈਂ ਗੱਲ ਕੀਤੀ ਸੀਗੀ, ਸਮਾਨਾਂਤਰ ਨਜ਼ਰੀਆ, ਇਹ ਲੁਧਿਆਣੇ ਤੋਂ ਹੈ, ਉਹਨਾਂ ਗੁਲਜ਼ਾਰ ਪੰਦੇਰ ਸਰ, ਉਹਨਾਂ ਦੇ ਮੈਗਜ਼ੀਨ ਉਹ ਵਿੱਚ ਵੀ ਮੇਰੀਆਂ ਛਪੀਆਂ। ਇਹ ਮੈਂ ਲੁਧਿਆਣੇ ਗਈ ਸੀ, ਉੱਥੇ ਵੱਡੇ ਵੱਡੇ ਕਵੀ ਆਏ ਹੋਏ ਸੀਗੇ ਅਤੇ ਉਹਨਾਂ ਵੱਲੋਂ ਮਤਲਬ ਕਿ ਪਸੰਦ ਕੀਤੀ ਗਈ ਮੇਰੀ ਗਜ਼ਲ। ਉਸ ਤੋਂ ਬਾਅਦ ਜਦੋਂ ਮੈਨੂੰ ਉੱਥੋਂ ਇੰਨਾ ਪਿਆਰ ਮਿਲਿਆ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਜਿਹੜੀ ਗਜ਼ਲ ਆ ਉਹ ਅਸੀਂ ਆਪਣੇ ਮੈਗਜ਼ੀਨ 'ਚ ਛਾਪਣਾ ਚਾਹੁੰਦੇ ਹਾਂ। ਇਸ ਤਰ੍ਹਾਂ ਜਿਹੜਾ ਮੇਰਾ ਸਫ਼ਰ ਸੀਗਾ ਫੇਸਬੁੱਕ ਤੋਂ ਕਵਿਤਾ ਦਾ ਸ਼ੁਰੂ ਹੋਇਆ ਅਤੇ ਸਾਹਿਤ ਸਭਾਵਾਂ ਤੱਕ ਪਹੁੰਚਿਆ। ਜੋਬਨ ਜੀ, ਮੈਂ ਇੱਥੇ ਸਵਾਲ ਕਰਨਾ ਚਾਹਾਂਗਾ, ਗਜ਼ਲ ਹੀ ਲਿਖਦੇ ਹੋ ਜਾਂ ਕਿਸੇ ਹੋਰ ਵੰਨਗੀ ਦੇ ਵਿੱਚ ਵੀ ਕਲਮ ਕਸਾਈ ਕਰਦੇ ਹੋ? ਜੀ, ਮੈਂ ਪਹਿਲਾਂ ਮੈਂ ਕਵਿਤਾਵਾਂ ਹੀ ਲਿਖੀਆਂ ਨੇ। ਬਾਅਦ ਵਿੱਚ ਜਦੋਂ ਮੈਂ ਗਜ਼ਲਾਂ ਪੜ੍ਹੀਆਂ ਨੇ, ਫਿਰ ਮੈਂ ਇਸ ਵੱਲ ਹੋਈ ਹਾਂ, ਫਿਰ ਲਿਖੀਆਂ ਨੇ ਗਜ਼ਲਾਂ। ਪਹਿਲਾਂ ਸਾਹਿਤ ਦੇ ਵਿੱਚ ਗਜ਼ਲ ਨੂੰ ਬਹੁਤ ਉੱਤਮ ਮੰਨਿਆ ਜਾਂਦਾ ਹੈ ਅਤੇ ਇਸ ਦੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਅਤੇ ਗੁਰੂ ਬਿਨਾਂ ਇਹ ਗਜ਼ਲ ਲਿਖਣਾ ਵੀ ਸੰਭਵ ਨਹੀਂ ਹੁੰਦਾ। ਤਾਂ ਤੁਹਾਡਾ ਗੁਰੂ ਕੌਣ ਹੈ ਫਿਰ? ਜੀ, ਮੈਂ ਇਸ 'ਤੇ ਦੱਸਣਾ ਚਾਹਾਂਗੀ ਕਿ ਜਦੋਂ ਮੈਂ ਪਹਿਲਾਂ ਗਜ਼ਲਾਂ ਪੜ੍ਹਦੀ ਸੀਗੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਗਜ਼ਲ ਹੁੰਦੀ ਹੈ। ਮੈਂ ਉਸ ਲੈਅ ਨੂੰ ਪੜ੍ਹਦੀ ਸੀ ਅਤੇ ਉਸ ਤਰੀਕੇ ਦਾ ਲਿਖਣਾ ਚਾਹੁੰਦੀ ਸੀ ਅਤੇ ਮੈਂ ਉਸ ਤਰੀਕੇ ਦਾ ਲਿਖਣਾ ਸ਼ੁਰੂ ਕੀਤਾ। ਮੈਂ ਜਦੋਂ ਉਸਨੂੰ ਫੇਸਬੁੱਕ 'ਤੇ ਪਾਇਆ ਅਤੇ ਉੱਥੇ ਕਾਫੀ ਜਿਹੜੇ ਗਜ਼ਲ ਗੋ ਸੀਗੇ ਉਹਨਾਂ ਨੇ ਮੈਨੂੰ ਹਿਦਾਇਤ ਦਿੱਤੀ ਕਿ ਬੇਟਾ, ਜੇ ਤੁਸੀਂ ਗਜ਼ਲ ਵੱਲ ਆਉਣਾ ਹੈ ਤਾਂ ਨਜਿੱਠ ਕੇ ਆਓ। ਕਈਆਂ ਨੇ ਮੈਨੂੰ ਕਿਹਾ ਕਿ ਗਜ਼ਲ ਦਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ, ਤੁਸੀਂ ਇਹਨੂੰ ਲੈਅ ਦੇ ਵਿੱਚ ਪੜ੍ਹੋ ਅਤੇ ਲੈਅ ਦੇ ਵਿੱਚ ਲਿਖੀ ਜਾਓਗੇ। ਤੁਹਾਡੇ ਕੋਲ ਸੁਰ ਹੈ ਜਾਂ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੈ ਅਤੇ ਤੁਹਾਡੇ ਕੋਲ ਲੈਅ ਹੈ ਅਤੇ ਤੁਸੀਂ ਆਪੇ ਹੀ ਮਤਲਬ ਕਿ ਸੈੱਟ ਹੋਈ ਜਾਓਗੇ ਹੌਲੀ ਹੌਲੀ। ਜੇ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਗਜ਼ਲ ਦੇ ਮੈਥਮੈਟੀਕਲ ਜਿਹੜਾ ਹੁੰਦਾ ਹੈ ਟੈਕਨੀਕ ਦੇ ਵਿੱਚ ਵਾੜ ਦਾਂਗੇ, ਬਹਿਰ ਦੇ ਵਿੱਚ, ਅਤੇ ਤੁਸੀਂ ਉਲਝ ਜਾਓਗੇ। ਅਤੇ ਤੁਸੀਂ ਲੈਅ ਦੇ ਵਿੱਚ ਪੜ੍ਹੋ ਅਤੇ ਲੈਅ ਦੇ ਵਿੱਚ ਲਿਖਣਾ ਸ਼ੁਰੂ ਕਰੋ। ਫਿਰ ਹੌਲੀ ਹੌਲੀ ਫਿਰ ਮੈਨੂੰ ਸਮਝ ਆਈ ਕਿ ਅੱਛਾ, ਲੈਅ ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਮੈਨੂੰ ਬਹਿਰ ਦੀ ਸਮਝ ਆਈ, ਕਾਫੀਏ ਦੀ ਸਮਝ ਆਈ, ਰਦੀਫ ਦੀ ਸਮਝ ਆਈ। ਫਿਰ ਮੈਨੂੰ ਜਗਮੀਤ ਸਰ, ਸਾਡੇ ਕਾਲਜ ਦੇ ਪ੍ਰੋਫੈਸਰ ਨੇ, ਉਹਨਾਂ ਨੇ ਕਈ ਵਾਰ ਮੈਨੂੰ ਦੱਸਣਾ ਕਿ ਆਹ ਜਿਹੜੀ ਆ ਇਹ ਬਹਿਰ ਇੱਦਾਂ ਹੁੰਦੀ ਹੈ, ਜਾਂ 1 2 1 2 ਦੇ ਵਿੱਚ ਆਪਾਂ ਲਿਖੀਦਾ ਹੈ ਇਸ ਨੂੰ। ਫਿਰ ਰਣਜੀਤ ਸਰਾਂ ਵਾਲੀ ਸਰ ਨੇ,
ਉਹਨਾਂ ਨੇ ਮੈਨੂੰ ਟੋਕਿਆ ਕਈ ਵਾਰ। ਉਹਨਾਂ ਨੇ ਕਿਹਾ ਕਿ ਬੇਟਾ ਇਹ ਇਸ ਤਰ੍ਹਾਂ ਦੀ ਚੀਜ਼ ਹੁੰਦੀ ਆ ਬਹਿਰ, ਅਤੇ ਤੂੰ ਬਸ ਬਹੁਤਾ ਔਖਾ ਕੰਮ ਨਹੀਂ ਆ, ਬਸ 1 2 ਦੇ ਵਿੱਚ ਇਹਨੂੰ ਗਿਣਨਾ ਆ ਤੂੰ, ਅਤੇ ਬਾਕੀ ਜਿਹੜੀਆਂ ਬਹਿਰਾਂ ਤਾਂ ਕਾਫੀ ਹੁੰਦੀਆਂ ਨੇ, ਅਤੇ ਬਸ ਤੂੰ ਇਹ ਵੇਖਣਾ ਹੈ ਕਿ ਇਹਨਾਂ ਦੀ ਜਿਹੜੀ ਗਿਣਤੀ ਆ ਉਹ ਸਾਰਿਆਂ ਸ਼ੇਰਾਂ 'ਚ ਬਰਾਬਰ ਹੋਵੇ। ਕੁਛ 1 2 1 'ਚ ਆ ਜਾਂਦੇ ਨੇ, ਫੇਲਨ 'ਚ ਆ ਜਾਂਦੇ ਨੇ, ਫਾਇਲਾਤੁਨ 'ਚ ਆ ਜਾਂਦੇ ਨੇ, ਇੱਦਾਂ ਕਰਕੇ ਫਿਰ ਹੁਣ ਮੈਨੂੰ ਥੋੜ੍ਹੀ ਸਮਝ ਆਉਣੀ ਸ਼ੁਰੂ ਹੋ ਗਈ ਆ। ਪਰ ਮੈਂ ਕਈ ਵਾਰੀ ਲਿਖੀਆਂ ਨੇ ਜਿਹੜੀਆਂ ਲੈਅ 'ਚ ਲਿਖੀਆਂ ਨੇ, ਕਈ ਵਾਰੀ ਉਹਨਾਂ ਨੂੰ ਚੈੱਕ ਕਰਾਇਆ ਹੈ ਅਤੇ ਉਹ ਕਹਿੰਦੇ ਨੇ ਕਿ ਬਿਲਕੁਲ ਠੀਕ ਹੈ ਤੇਰੀ, ਅਤੇ ਉਹ ਫਿਰ ਕਹਿੰਦੇ ਨੇ ਕਿ ਬਹੁਤਾ ਤੂੰ ਜ਼ੋਰ ਨਾ ਦੇ ਅਜੇ, ਤੂੰ ਲੈਅ 'ਚ ਲਿਖ, ਤੂੰ ਸਹੀ ਲਿਖ ਲੈਂਦੀ ਆ। ਸ਼ੁਰੂਆਤੀ ਦੌਰ ਦੇ ਵਿੱਚ ਜੋ ਰੂਪ ਗਜ਼ਲ ਲਿਖ ਰਹੇ ਨੇ, ਬਹੁਤ ਹੀ ਪਿਆਰੀ ਗਜ਼ਲ ਹੁੰਦੀ ਹੈ, ਬਹੁਤ ਹੀ ਸੋਹਣੀ ਆਵਾਜ਼ ਦੇ ਵਿੱਚ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਜ਼ੋਬਨ, ਮੈਂ ਪੁੱਛਣਾ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਰਤਕ ਵੱਲ ਵੀ ਆਓਗੇ? ਹਾਂਜੀ, ਮੇਰੀ ਕੋਸ਼ਿਸ਼ ਹੈ। ਕੁਛ ਮੈਂ ਥੋੜ੍ਹੀ ਵਾਰਤਕ ਕੁਛ ਲਿਖੀਆਂ ਨੇ ਚੀਜ਼ਾਂ, ਅਤੇ ਉਹਨਾਂ ਨੂੰ ਮੈਂ ਸਾਂਝਾ ਕੀਤਾ ਸੀ ਫੇਸਬੁੱਕ 'ਤੇ ਵੀ, ਅਤੇ ਉਹਨਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਮੈਨੂੰ ਪਹਿਲਾਂ ਇਹ ਸੀਗੇ ਕਿ ਮੈਂ ਲੋਕਾਂ ਦੀ ਜਾਂ ਜਿਹੜੇ ਇਸ ਵਿਧਾ ਨੂੰ ਪਹਿਚਾਣਦੇ ਨੇ ਉਹਨਾਂ ਦੀ ਪ੍ਰਵਾਨਗੀ ਮਿਲੇ ਅਤੇ ਫਿਰ ਇਸ ਦੇ ਵਿੱਚ ਹੋਰ ਵਧਾਂ। ਅਤੇ ਹਾਂ, ਮੈਂ ਇਹਦੇ ਵਿੱਚ ਮੈਨੂੰ ਉਹਨਾਂ ਵੱਲੋਂ ਪ੍ਰਵਾਨਗੀ ਮਿਲੀ ਹੈ, ਉਹਨਾਂ ਵੱਲੋਂ ਸ਼ਾਬਾਸ਼ੀ ਮਿਲੀ ਹੈ, ਅਤੇ ਫਿਰ ਮੈਨੂੰ ਇਹ ਸ਼ਾਬਾਸ਼ੀ ਹੁਣ ਹੌਸਲਾ ਦੇ ਰਹੀ ਹੈ ਕਿ ਮੈਂ ਇਹਦੇ ਵਿੱਚ ਵੀ ਅੱਗੇ ਵਧਾਂ। ਜੋਬਨ ਰੂਪ ਨੇ ਸਾਹਿਤ ਸਭਾਵਾਂ ਦੀ ਗੱਲ ਕੀਤੀ ਹੈ ਕਿ ਵੱਖ-ਵੱਖ ਸਾਹਿਤ ਸਭਾਵਾਂ ਨੇ ਸੱਦਿਆ, ਫਿਰ ਇਹਨਾਂ ਸਾਹਿਤ ਸਭਾਵਾਂ ਵਿੱਚ ਜਾਣ ਦਾ ਜਿਹੜਾ ਆ ਕੀ ਫਾਇਦਾ ਮਿਲਿਆ? ਮੈਨੂੰ ਕਾਫੀ ਫਾਇਦਾ ਮਿਲਿਆ ਇਹਦੇ ਵਿੱਚ। ਜਦੋਂ ਮੈਂ ਕਵੀ ਦਰਬਾਰਾਂ ਵਿੱਚ ਜਾਂਦੀ ਹਾਂ, ਹੋਰਾਂ ਦੀਆਂ ਕਵਿਤਾਵਾਂ ਸੁਣਦੀ ਹਾਂ, ਉਹਨਾਂ ਦੇ ਵਿੱਚ ਮੈਨੂੰ ਸਮਝ ਆਈ ਕਿ ਕਵਿਤਾ ਨੂੰ ਪੇਸ਼ ਕਿੱਦਾਂ ਕੀਤਾ ਜਾਂਦਾ ਹੈ। ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਕਵਿਤਾ ਨੂੰ ਕਿੱਦਾਂ ਪੇਸ਼ ਕੀਤਾ ਜਾਂਦਾ ਹੈ। ਫਿਰ ਮੈਨੂੰ ਉਹਨਾਂ ਤੋਂ ਜਦੋਂ ਗਜ਼ਲ ਨੂੰ ਪੇਸ਼ ਕਿੱਦਾਂ ਕਰੀ ਜਾਂਦਾ, ਜੇ ਤਾਂ ਆਪਾਂ ਗਜ਼ਲ ਨੂੰ ਗਾ ਕੇ ਪੇਸ਼ ਕਰਨਾ, ਉਹ ਤਾਂ ਇੱਕ ਅਲੱਗ ਵਿਧਾ ਹੋ ਗਈ, ਪਰ ਜਦੋਂ ਅਸੀਂ ਉਹਨੂੰ ਸਿਰਫ ਬੋਲ ਕੇ ਹੀ ਪੇਸ਼ ਕਰਨਾ, ਉਹ ਸ਼ੇਰਾਂ ਨੂੰ ਕਿੱਦਾਂ ਪੇਸ਼ ਕਰਦੇ ਨੇ, ਉਹ ਚੀਜ਼ ਸਿੱਖੀ ਹੈ ਮੈਂ। ਉਸ ਤੋਂ ਇਲਾਵਾ ਮੈਂ ਜਿਵੇਂ ਉਹਨਾਂ ਦੇ ਵਿੱਚ ਮੈਗਜ਼ੀਨਸ ਆਉਂਦੇ ਨੇ, ਮੈਗਜ਼ੀਨਸ ਦੇ ਨਾਲ ਜੁੜੀ ਹਾਂ। ਮੈਗਜ਼ੀਨਸ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਮੈਗਜ਼ੀਨਸ ਵੀ ਅਲੱਗ-ਅਲੱਗ ਆਉਂਦੇ ਨੇ, ਅਤੇ ਉਹ ਉਹਨਾਂ ਮੈਗਜ਼ੀਨਸ ਦੇ ਨਾਲ ਜੁੜੀਆਂ। ਫਿਰ ਮੈਂ ਉਹਨਾਂ ਨੂੰ ਪੜ੍ਹਦੀ ਹਾਂ। ਕਿਤਾਬਾਂ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਅਤੇ ਉਹ ਕਿਸੇ ਇੱਕ ਦੀ ਕਿਤਾਬ ਹੁੰਦੀ ਆ, ਉਹਦੇ ਵਿੱਚ ਕਿਸੇ ਇੱਕ ਦੀਆਂ ਕਵਿਤਾਵਾਂ ਹੁੰਦੀਆਂ, ਜੇ ਨਾਵਲ ਹੁੰਦਾ ਅਤੇ ਇੱਕ ਦਾ ਹੁੰਦਾ, ਕਹਾਣੀਆਂ ਹੁੰਦੀਆਂ ਇੱਕ ਦੀਆਂ ਹੁੰਦੀਆਂ ਨੇ। ਪਰ ਜਦੋਂ ਅਸੀਂ ਮੈਗਜ਼ੀਨ ਦੇ ਨਾਲ ਜੁੜਦੇ ਹਾਂ, ਸਾਨੂੰ ਅਲੱਗ-ਅਲੱਗ ਰੰਗ ਮਿਲ ਜਾਂਦੇ ਨੇ। ਕਾਫੀ ਜਾਣੇ ਲੇਖਕ ਹੁੰਦੇ ਨੇ, ਕੋਈ ਕਹਾਣੀਕਾਰ ਹੁੰਦਾ ਆ, ਕੋਈ ਕਵੀ ਹੁੰਦਾ, ਉਹਨਾਂ ਦੀਆਂ ਸਾਨੂੰ ਮਿਲਦੀਆਂ ਨੇ, ਅਤੇ ਉਹ ਫਿਰ ਅਲੱਗ ਚੀਜ਼ ਹੋ ਜਾਂਦੀ ਹੈ। ਅਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੁੜੀਆਂ ਅਤੇ ਸਾਹਿਤ ਸਭਾਵਾਂ ਸਦਕੇ ਹੀ ਜੁੜੀ। ਜੋਬਨ, ਮੈਂ ਚਾਹਾਂਗਾ ਇੱਕ ਗਜ਼ਲ ਹੋਰ ਹੋ ਜਾਵੇ। ਜੀ ਜ਼ਰੂਰ। ਮੈਂ ਕੁਛ ਵੈਸੇ ਖੁੱਲ੍ਹੀ ਕਵਿਤਾਵਾਂ ਵੀ ਲਿਖੀਆਂ ਸੀਗੀਆਂ, ਉਹ ਵੀ ਸਾਂਝਾ ਕਰਨਾ ਜ਼ਰੂਰ ਚਾਹਾਂਗੀ ਮੈਂ। ਇੱਕ ਸੀਗੀ, ਮੈਂ ਥੋੜ੍ਹੇ ਦਿਨ ਪਹਿਲਾਂ ਹੀ ਲਿਖੀ ਹੈ। ਦਿਲ ਦੇ ਵਿਹੜੇ ਕਮਰਾ ਇੱਕ ਬਣਾਇਆ ਹੈ, ਉਸ ਨੂੰ ਹੌਕੇ ਹਾਵਾਂ ਨਾਲ ਸਜਾਇਆ ਹੈ। ਦਿਲ ਦੇ ਵਿਹੜੇ ਕਮਰਾ ਇੱਕ ਬਣਾਇਆ ਹੈ, ਉਸ ਨੂੰ ਹੌਕੇ ਹਾਵਾਂ ਨਾਲ ਸਜਾਇਆ ਹੈ। ਇਸ਼ਕ ਦੇ ਹੱਥੋਂ ਬੇਬਸ ਹੋਈ ਰੂਹ ਨੇ ਅੱਜ ਦੁੱਖ ਹਿਜਰ ਦਾ ਮੇਰੇ ਤੋਂ ਲਿਖਵਾਇਆ ਹੈ। ਕਰਦਾ ਭੇਤ ਉਜਾਗਰ ਚਿਹਰਾ ਮੁਰਝਾਇਆ, ਮੈਂ ਨੈਣਾ ਵਿੱਚ ਪੀੜਾਂ ਨੂੰ ਦਫਨਾਇਆ ਹੈ। ਕੱਲੀ ਰਹਿ ਕੇ ਕੱਲੀ ਨਾ ਮਹਿਸੂਸ ਕਰਾਂ, ਜਦ ਤੋਂ ਬਣਿਆ ਉਹ ਮੇਰਾ ਹਮਸਾਇਆ ਹੈ। ਖੂਬ ਮੁਹਾਰਤ ਹੈ ਜਿਸਨੂੰ ਗਮ ਝੱਲਣ ਦੀ, ਉਸਨੇ ਇਸ਼ਕ 'ਚ ਉੱਚਾ ਰੁਤਬਾ ਪਾਇਆ ਹੈ। ਦਿਲ ਦੇ ਵਿਹੜੇ ਕਮਰਾ ਇੱਕ ਬਣਾਇਆ ਹੈ, ਉਸ ਨੂੰ ਹੌਕੇ ਹਾਵਾਂ ਨਾਲ ਸਜਾਇਆ ਹੈ। ਵਾਹ ਜੀ ਵਾਹ, ਬਹੁਤ ਹੀ ਪਿਆਰੀ ਲਿਖਤ। ਜੋਬਨ ਜੀ, ਮੈਂ ਪੁੱਛਣਾ ਚਾਹਾਂਗਾ ਕਿ ਜਿੰਨੀਆਂ ਵੀ ਲਿਖਤਾਂ ਹੁਣ ਤੱਕ ਤੁਸੀਂ ਸਾਂਝੀਆਂ ਕੀਤੀਆਂ ਨੇ, ਇੱਕ ਉਦਾਸੀ ਝਲਕਦੀ ਹੈ, ਅਤੇ ਕੀ ਕਾਰਨ ਹੈ ਇਸ ਉਦਾਸੀ ਦਾ ਲਿਖਤਾਂ ਦੇ ਵਿੱਚ? ਜੀ, ਮੈਨੂੰ ਹੁੰਦਾ ਹੈ ਕਿ ਮੈਨੂੰ ਲੱਗਦਾ ਕਿ ਮੈਂ ਨਾ ਇੱਕ ਚੁੰਬਕ ਹਾਂ। ਜਦੋਂ ਕੋਈ ਦੁੱਖ ਦੇ ਵਿੱਚ ਹੁੰਦਾ ਹੈ ਜਾਂ ਮੇਰੇ ਨਾਲ ਸਾਂਝਾ ਕਰਦਾ ਹੈ, ਅਤੇ ਉਹ ਮੈਂ ਆਪਣੇ ਅੰਦਰ ਲੈ ਲੈਂਦੀ ਹਾਂ। ਜਾਂ ਮੈਂ ਸਮਝ ਲਓ ਕਿ ਮੈਂ ਇੱਦਾਂ ਦੀ ਇਨਸਾਨ ਹਾਂ ਕਿ ਜਿਹੜੇ ਮੇਰੇ ਸਰਕਲ ਦੇ ਵਿੱਚ ਲੋਕ ਨੇ, ਮੇਰੇ ਫਰੈਂਡ ਸਰਕਲ ਦੇ ਨੇ, ਉਹ ਮੇਰੇ ਨਾਲ ਦੁੱਖ ਸ਼ੇਅਰ ਕਰਨ ਤੋਂ ਕਤਰਾਉਂਦੇ ਨਹੀਂ ਆ ਕਦੇ ਵੀ। ਉਹ ਈਜ਼ੀਲੀ ਮੇਰੇ ਨਾਲ ਦੁੱਖ ਸ਼ੇਅਰ ਕਰ ਲੈਂਦੇ ਨੇ, ਅਤੇ ਉਹ ਮੈਂ ਜਦੋਂ ਆਪਣੇ ਅੰਦਰ ਲੈ ਆਉਂਦੀ ਹਾਂ, ਫਿਰ ਜਦੋਂ ਉਹਨੂੰ ਮੈਂ ਆਪਣੇ ਕਹਿੰਦੇ ਆ ਨਾ ਕਿ ਜਿਹੜਾ ਇੱਕ ਕਵੀ ਹੁੰਦਾ, ਚਲੋ ਮੈਂ ਤਾਂ ਬਹੁਤੀ ਏਡੀ ਕਵੀ ਨਹੀਂ,
ਕਵਿਤਰੀ ਨਹੀਂ ਹੈ, ਪਰ ਕਹਿੰਦੇ ਨੇ ਕਿ ਜਿਹੜਾ ਇੱਕ ਕਵੀ ਹੁੰਦਾ ਆ ਉਹ ਇੱਕ ਦਰਦ ਜਿਹੜਾ ਉਹ ਆਪਣੇ ਪਿੰਡੇ ਤੇ ਹੰਢਾ ਲੈਂਦਾ ਹੈ ਕਿਸੇ ਦਾ ਸੁਣ ਕੇ ਵੀ। ਜਦੋਂ ਉਹ ਚੀਜ਼ ਸਾਡੇ ਦੇ ਉੱਤੇ ਹੰਢ ਜਾਂਦੀ ਹੈ ਸਾਡੇ ਪਿੰਡੇ ਉੱਤੇ, ਉਹ ਆਪੇ ਹੀ ਸਾਡੇ ਸ਼ਬਦਾਂ ਦੇ ਰਾਹੀਂ ਜਿਹੜੀ ਆ ਉਹ ਨਿਕਲ ਆਉਂਦੀ ਹੈ। ਤੇ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹੱਡ ਬੀਤੀ ਨਹੀਂ ਜੱਗ ਬੀਤੀ ਹੀ ਸੁਣਾਉਂਦੇ ਹੋ? ਕੁਛ ਹੱਡ ਬੀਤੀਆਂ ਵੀ ਹੁੰਦੀਆਂ ਨੇ, ਕੁਛ ਜੱਗ ਬੀਤੀਆਂ ਵੀ ਨੇ ਜਿਹੜੀਆਂ ਕਿ ਮੇਰੇ ਅੰਦਰ ਆ ਜਾਂਦੀਆਂ ਨੇ, ਫਿਰ ਉਹ ਐਕਸਪ੍ਰੈਸ ਕਰ ਲੈਂਦੀ ਹਾਂ ਸ਼ਬਦਾਂ ਰਾਹੀਂ। ਜੋਬਨ ਰੂਪ ਹੁਣ ਤੱਕ ਕਿਹੜੇ ਕਿਹੜੇ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੇ? ਜੀ ਮੈਂ ਇੱਕ ਸੀਗਾ ਜੰਡਿਆਲਾ ਸਭਾ ਹੈਗੀ ਆ ਜੰਡਿਆਲਾ ਗੁਰੂ, ਤੇ ਉਹਦੇ ਵਿੱਚ ਸ਼ੁਕਰਗੁਜ਼ਾਰ ਸਰ ਹੁਣ ਪ੍ਰਧਾਨ ਨੇ, ਉਹਨਾਂ ਨੇ ਮੈਨੂੰ ਨੌਜਵਾਨ ਪੁਰਸਕਾਰ ਦਿੱਤਾ ਸੀਗਾ, ਨੌਜਵਾਨ ਸਾਹਿਤਕਾਰ ਪੁਰਸਕਾਰ। ਹੋਰ ਕਿਹੜੇ ਕਿਹੜੇ ਪੁਰਸਕਾਰ ਨੇ ਜਿਹੜੇ ਮਿਲ ਚੁੱਕੇ ਨੇ? ਉਸ ਤੋਂ ਬਾਅਦ ਕਾਵਲੋਕ ਕ੍ਰੀਏਸ਼ਨ ਜਿਹੜੀ ਹੈਗੀ ਆ ਲੁਧਿਆਣੇ, ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ, ਉੱਥੇ ਉਹਨਾਂ ਨੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਥੋੜ੍ਹਾ ਟਾਈਮ ਹੀ ਹੋਇਆ ਹੈ ਅਦਾਰਾ ਸ਼ਬਦ ਜੋਤ ਵੱਲੋਂ ਕਰਵਾਇਆ ਗਿਆ ਸੀ, ਉੱਥੋਂ ਉਹਨਾਂ ਨੇ ਸਨਮਾਨਿਤ ਕੀਤਾ ਮੈਨੂੰ। ਜੋਬਨ ਮੈਂ ਇੱਥੇ ਸਵਾਲ ਕਰਨਾ ਚਾਹਾਂਗਾ ਕਿ ਬਹੁਤ ਸਾਰੇ ਲਿਖਾਰੀ ਨੇ ਜਿਹੜੇ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਨੇ ਤੇ ਕਈ ਕਿਤਾਬਾਂ ਵੀ ਆ ਚੁੱਕੀਆਂ ਨੇ, ਪਰ ਜੋਬਨ ਰੂਪ ਕੁਝ ਹੀ ਸਮਾਂ ਪਹਿਲਾਂ ਫੇਸਬੁੱਕ ਰਾਹੀਂ ਸਰੋਤਿਆਂ ਦੇ ਰੂਬਰੂ ਹੋਏ ਨੇ ਜੀ। ਇੰਨੀ ਪ੍ਰਸਿੱਧੀ ਮਿਲ ਰਹੀ ਹੈ, ਹਰ ਇੱਕ ਕਵਿਤਾ ਪਸੰਦ ਕਰ ਰਿਹਾ ਹੈ। ਕੀ ਇਹ ਫੀਮੇਲ ਫੈਕਟਰ ਹੈ ਜਾਂ ਵਾਕਿਆ ਹੀ ਕਵਿਤਾ ਦੇ ਵਿੱਚ ਇੰਨਾ ਦਮ ਹੈ ਜਾਂ ਲਿਖਤ ਦੇ ਵਿੱਚ ਇੰਨਾ ਦਮ ਹੈ? ਮੈਨੂੰ ਇਸ ਚੀਜ਼ ਦਾ ਤਾਂ ਨਹੀਂ ਪਤਾ ਕਿ ਮੇਰੀ ਕਵਿਤਾ ਵਿੱਚ ਕੋਈ ਦਮ ਹੈ ਕਿ ਨਹੀਂ ਹੈ, ਪਰ ਜਦੋਂ ਮੈਂ ਫੇਸਬੁੱਕ 'ਤੇ ਪਾਉਂਦੀ ਹਾਂ ਜਾਂ ਜੇ ਉਹ ਸਾਹਿਤਕਾਰ ਵੀ ਨੇ ਅਤੇ ਉਹ ਵੀ ਜੇ ਪਸੰਦ ਕਰ ਰਹੇ ਨੇ, ਆਮ ਵਰਗ ਦੇ ਪਾਠਕ ਵੀ ਜਿਹੜੇ ਸਾਹਿਤ ਦੇ ਨਾਲ ਨਹੀਂ ਜੁੜੇ, ਜਦੋਂ ਉਹਨਾਂ ਵੱਲੋਂ ਵੀ ਹੁੰਗਾਰਾ ਮਿਲਦਾ ਆ, ਉਹਨਾਂ ਵੱਲੋਂ ਵੀ ਮੈਨੂੰ ਸ਼ਾਬਾਸ਼ੀ ਮਿਲਦੀ ਆ, ਅਤੇ ਫਿਰ ਮੈਨੂੰ ਥੋੜ੍ਹਾ ਜਿਹਾ ਹੁੰਦਾ ਆ ਕਿ ਹਾਂ ਸ਼ਾਇਦ ਮੈਂ ਸਹੀ ਮਾਰਗ 'ਤੇ ਚੱਲ ਰਹੀ ਹਾਂ, ਉਹਨਾਂ ਨੂੰ ਸਹੀ ਮਤਲਬ ਕਿ ਮਟੀਰੀਅਲ ਦੇ ਪਾ ਰਹੀ ਹਾਂ, ਤਾਂ ਹੀ ਉਹ ਮੈਨੂੰ ਮਤਲਬ ਕਿ ਸਨਮਾਨ ਦਿੰਦੇ ਨੇ। ਇਹ ਜੋਬਨ ਜਦੋਂ ਲਿਖ ਕੇ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਨੇ ਤੇ ਫਿਰ ਜਿਹੜੇ ਸਾਥੀ ਨੇ, ਦੋਸਤ ਨੇ, ਮਿੱਤਰ ਨੇ, ਸਹੇਲੀਆਂ ਨੇ ਜੀ, ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ? ਜੀ ਬਹੁਤ ਸਾਥ ਦਿੰਦੇ ਨੇ। ਜਦੋਂ ਮੈਂ ਪਾਉਂਦੀ ਹਾਂ ਇੰਸਟਾਗ੍ਰਾਮ 'ਤੇ ਪਾਉਂਦੀ ਹਾਂ ਜਾਂ ਫੇਸਬੁੱਕ 'ਤੇ ਪਾਉਂਦੀ ਹਾਂ, ਅਤੇ ਮੇਰੇ ਜਿਹੜੇ ਦੋਸਤ ਮਿੱਤਰ ਨੇ ਉਹ ਇਸ ਚੀਜ਼ ਨੂੰ ਅੱਗੇ ਸ਼ੇਅਰ ਕਰਦੇ ਨੇ, ਅਤੇ ਇਹੀ ਜਿਹੜੀ ਉਹਨਾਂ ਦੀ ਹੈ ਹੱਲਾਸ਼ੇਰੀ ਦਿੰਦੇ ਨੇ ਇੱਕ ਤਾਂ ਮੈਨੂੰ ਕਿ ਤੂੰ ਹੋਰ ਅੱਗੇ ਵੱਧ, ਅਤੇ ਉਹ ਅੱਗੇ ਵਧਣਾ ਉਹਨਾਂ ਦੇ ਨਾਲ ਹੀ ਹੁੰਦਾ ਹੈ। ਮੈਨੂੰ ਮਿਲਦਾ ਹੈ ਕਿ ਹੁੰਗਾਰਾ ਜਦੋਂ ਉਹਨਾਂ ਵੱਲੋਂ ਮਿਲਦਾ ਹੈ, ਫਿਰ ਹੀ ਮੈਨੂੰ ਲੱਗਦਾ ਹੈ ਕਿ ਹਾਂ ਮੈਂ ਉਹਨਾਂ ਦੇ ਸਦਕੇ ਹੀ ਅੱਗੇ ਵੱਧ ਰਹੀ ਹਾਂ। ਤੁਹਾਡੇ ਵੱਲ ਵੇਖ ਕੇ ਕਈ ਸਖੀਆਂ ਇੰਝ ਨਹੀਂ ਕਹਿੰਦੀਆਂ ਕਿ ਅਸੀਂ ਵੀ ਲਿਖਣਾ ਚਾਹੁੰਦੀਆਂ? ਹਾਂਜੀ, ਕਾਲਜ ਟਾਈਮ ਇੱਕ ਵਾਰੀ ਮੈਂ ਜਦੋਂ ਲਿਖਦੀ ਹੁੰਦੀ ਸੀ, ਮੇਰੇ ਵੱਲ ਦੇਖ ਕੇ 2-3 ਕੁੜੀਆਂ ਸੀਗੀਆਂ ਜਿਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਸੀਗੀ ਕਿ ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ ਜੋਬਨ ਤੂੰ ਲਿਖਦੀ ਹੈ ਅਤੇ ਸਾਨੂੰ ਬੜਾ ਅੱਛਾ ਲੱਗਦਾ ਹੈ ਅਤੇ ਅਸੀਂ ਤਾਂ ਕਰਕੇ ਲਿਖਣਾ ਸ਼ੁਰੂ ਕੀਤਾ, ਅਤੇ ਫਿਰ ਉਹ ਚੀਜ਼ ਮੈਨੂੰ ਖੁਸ਼ੀ ਦਿੰਦੀ ਹੈ ਕਿ ਹਾਂ ਮੈਂ ਕਿਸੇ ਨੂੰ ਸਹੀ ਮਾਰਗ 'ਤੇ ਤੋਰ ਰਹੀ ਹਾਂ। ਉਹ ਸਾਹਿਤ ਨਾਲ ਜੁੜਦੀਆਂ ਨੇ, ਸਾਹਿਤ ਪੜ੍ਹਦੀਆਂ ਨੇ, ਅਤੇ ਫਿਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਹਾਂ ਮੈਂ ਸੱਚੀ ਸਹੀ ਮਾਰਗ 'ਤੇ ਹੀ ਜਾ ਰਹੀ ਹਾਂ। ਜੋਬਨ ਅਸੀਂ ਫੈਮਿਲੀ ਬਾਰੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ, ਤੁਸੀਂ ਆਪਣੀ ਫੈਮਿਲੀ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ। ਜੀ, ਮੇਰੇ ਘਰ ਵਿੱਚ ਮੇਰੇ ਪਾਪਾ ਨੇ, ਮੇਰੇ ਮੰਮੀ ਨੇ ਅਤੇ ਮੇਰਾ ਛੋਟਾ ਬ੍ਰਦਰ ਹੈ। ਕੀ ਕਰਦੇ ਨੇ ਪਾਪਾ? ਕੀ ਕਰਦੇ ਨੇ? ਮੇਰੇ ਪਾਪਾ ਖੇਤੀਬਾੜੀ ਕਰਦੇ ਨੇ, ਮੰਮਾ ਘਰ ਹੁੰਦੇ ਨੇ, ਅਤੇ ਵੀਰ ਉਹ ਮਰਚੈਂਟ ਨੇਵੀ ਵਿੱਚ ਜੌਬ ਕਰ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜੋਬਨ ਰੂਪ ਕਿਹੋ ਜਿਹੀਆਂ ਲਿਖਤਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰੇਗੀ? ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤੱਕ ਗਜ਼ਲਾਂ 'ਤੇ ਹੀ ਮੇਰਾ ਕੰਮ ਚੱਲ ਰਿਹਾ ਹੈ, ਅਤੇ ਇਹੋ ਹੀ ਹੈ ਕਿ ਮੈਂ ਗਜ਼ਲ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਪੇਸ਼ ਕਰ ਸਕਾਂ ਤਾਂ ਜੋ ਲੋਕਾਂ ਨੂੰ ਹੋਰ ਜਿਹੜੀ ਪਸੰਦ ਆ ਸਕੇ। ਅਤੇ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੈਂ ਕਿਤਾਬ ਦੀ ਵੀ ਸੋਚ ਰਹੀ ਹਾਂ ਕਿ ਪਹਿਲਾਂ ਜਾਂ ਗਜ਼ਲਾਂ ਦੀ ਅਤੇ ਜਾਂ ਫਿਰ ਕਵਿਤਾ ਜਾਂ ਵਾਰਤਕ ਦੇ ਨਾਲ ਕਿਤਾਬ ਇੱਕ ਆਵੇ। ਅਜੇ ਹੁਣ ਆਪਾਂ ਕਹਿੰਦੇ ਨੇ ਆਖਰੀ ਸ਼ੋਰ ਵੱਲ ਵੱਧ ਰਹੇ ਹਾਂ, ਤੁਸੀਂ ਕੀ ਸੁਣਾਉਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਹਾਂ, ਹੁਣ ਤੱਕ ਮੈਂ ਤੁਹਾਨੂੰ ਗਜ਼ਲਾਂ ਸੁਣਾਈਆਂ ਹੈ, ਕੋਈ ਖੁੱਲ੍ਹੀ ਕਵਿਤਾ ਜਾਂ ਕੋਈ ਹੋਰ ਵਿਧਾ ਵਿੱਚ ਨਹੀਂ ਮੈਂ ਸੁਣਾਇਆ, ਅਤੇ ਮੈਂ ਚਾਹਾਂਗੀ ਕਿ ਮੈਂ ਤੁਹਾਨੂੰ ਇੱਕ ਕਵਿਤਾ ਵੀ ਸੁਣਾ ਦਿਆਂ। ਮੇਰੀ ਕਵਿਤਾ ਦਾ ਨਾਮ ਹੈ ਅਰਜ਼ੋਈ। ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ, ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ, ਮੈਂ ਤੈਨੂੰ ਚਾਹੁੰਦੀ ਹਾਂ। ਜਿਸ ਤਰ੍ਹਾਂ ਕੋਈ ਮਾਂ ਮਤਰਿਆ ਬਾਲ ਆਪਣੀ ਮਾਂ ਦੀ ਬੁੱਕਲ ਚਾਹੁੰਦਾ, ਜਿਸ ਤਰ੍ਹਾਂ ਕੋਈ ਔੜਾ ਮਾਰੀ ਧਰਤ ਕਿਸੇ ਬੱਦਲ ਨੂੰ ਚਾਹੁੰਦੀ,
ਜਿਸ ਤਰ੍ਹਾਂ ਕੋਈ ਕਿਸਾਨ ਆਪਣੀ ਫਸਲ ਨੂੰ ਚਾਹੁੰਦਾ, ਜੰਗ ਦੀਆਂ ਸ਼ਫਾਂ ਵਿੱਚ ਪਿੱਛੇ ਰਹਿ ਗਿਆ ਕੋਈ ਸੈਨਿਕ ਜਿਸ ਤਰ੍ਹਾਂ ਆਪਣੇ ਸਾਥੀਆਂ ਨੂੰ ਚਾਹੁੰਦਾ, ਜਿਸ ਤਰ੍ਹਾਂ ਕੋਈ ਸਾਧ ਜੋਗੀ ਆਪਣੇ ਇਸ਼ਟ ਨੂੰ ਚਾਹੁੰਦਾ। ਹੁਣ ਜਦੋਂ ਵੀ ਮਿਲੇ ਸਾਹਿਬ, ਇਸ ਤਰ੍ਹਾਂ ਮਿਲਣਾ ਕਿ ਭੇਦ ਅਭੇਦ ਹੋ ਜਾਵੇ, ਨਾਦ ਅਨਹਦ ਹੋ ਜਾਵਨ, ਵਿਰਾਗ ਰਾਗ ਹੋ ਜਾਵੇ, ਤੇ ਮੈਂ ਤੂੰ ਹੋ ਜਾਵਾਂ, ਤੂੰ ਮੈਂ ਹੋ ਜਾਵੇਂ, ਤੇ ਜੋ ਅਮੂਰਤ ਹੈ ਉਹ ਮੂਰਤ ਹੋ ਜਾਵੇ, ਜੋ ਸੁਰਤ ਹੈ ਉਹ ਸੀਰਤ ਹੋ ਜਾਵੇ, ਜੋ ਸੁਰਤ ਹੈ ਉਹ ਸੀਰਤ ਹੋ ਜਾਵੇ। ਵਾਹ ਜੀ ਵਾਹ, ਬਹੁਤ ਹੀ ਕਮਾਲ ਦੀ ਕਵਿਤਾ ਹੈ ਜੀ। ਜੋਬਨ, ਕਿਸ ਰਾਈਟਰ ਨੂੰ ਜ਼ਿਆਦਾ ਪੜ੍ਹਨਾ ਪਸੰਦ ਕਰਦੇ ਹੋ? ਮੈਂ ਰੈਂਡਮਲੀ ਪੜ੍ਹ ਲੈਂਦੀ ਹਾਂ, ਜਿਹੜੇ ਵੀ ਪੜ੍ਹਦੀ ਹਾਂ। ਜੇ ਗਜ਼ਲਾਂ ਪੜ੍ਹਦੀ ਹਾਂ ਅਤੇ ਗਜ਼ਲਾਂ ਦੇ ਵਿੱਚ ਕਾਫੀ ਆ ਜਾਂਦੇ ਨੇ, ਗੁਰਤੇਜ ਕੌਹਾਰਵਾਲ ਹੈ, ਵਿਜੇ ਵਿਵੇਕ ਨੇ, ਇਹਨਾਂ ਦੀਆਂ ਗਜ਼ਲਾਂ ਜਿਹੜੀਆਂ ਨੇ ਕਾਫੀ ਵਧੀਆ ਲੱਗਦੀਆਂ ਨੇ ਮੈਨੂੰ। ਹੁਣ ਜਗਮੀਤ ਸਰ ਦੀਆਂ ਕਿਤਾਬਾਂ ਆਈਆਂ ਨੇ, ਹਕੀਕਤ ਆਈ ਹੈ, ਸੋਬਤ, ਉਹਨਾਂ ਨੂੰ ਪੜ੍ਹਦੀ ਹਾਂ। ਰਣਜੀਤ ਸਰਾਂ ਵਾਲੀ ਦੀ ਆਈ ਪਾਣੀ ਦੇ ਉੱਤੇ ਮੀਨਾਕਾਰੀ, ਸ਼ੀਸ਼ੇ ਦੀ ਅੱਖ, ਉਹਨਾਂ ਨੂੰ ਪੜ੍ਹਦੀ ਹਾਂ। ਜੋ ਪੁਰਾਣੇ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ, ਅਤੇ ਉਹ ਸੁਰਜੀਤ ਪਾਤਰ ਹੋਣਾ ਨੂੰ ਪਹਿਲਾਂ ਸਾਰਾ ਪੜ੍ਹ ਚੁੱਕੀ ਹਾਂ ਮੈਂ। ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹ ਚੁੱਕੀ ਹਾਂ, ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹ ਚੁੱਕੀ ਹਾਂ, ਸੁਖਵਿੰਦਰ ਅੰਮ੍ਰਿਤ ਮੈਮ ਨੂੰ ਪੜ੍ਹ ਚੁੱਕੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ? ਉਹ ਤਾਂ ਰੱਬ ਦੀ ਦਾਤ ਹੈ, ਜੋ ਬਖਸ਼ੇ ਉਹ। ਇੱਕ ਸੋਚਿਆ ਹੁੰਦਾ ਹੈ ਕਿ ਮੈਂ ਇਸ ਏਮ 'ਤੇ ਪਹੁੰਚਣਾ ਹੈ? ਫਿਲਹਾਲ ਤਾਂ ਮੈਂ ਸੋਚ ਰਹੀ ਹਾਂ ਕਿ ਮੈਂ PhD ਦਾ ਕਾਰਜ ਕਰਾਂ ਅਤੇ ਉਹ ਕਾਰਜ ਮੁਕੰਮਲ ਕਰਾਂਗੀ। ਉਸ ਤੋਂ ਬਾਅਦ ਮੈਂ ਕਿਤਾਬ ਦਾ ਵੀ ਸੋਚ ਰਹੀ ਹਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਤਾਬ ਕਰਾਂ, ਅਤੇ ਉਮੀਦ ਹੈ ਕਿ ਲੋਕ ਜਿਹੜੇ ਨੇ ਉਹ ਮੇਰੀ ਕਿਤਾਬ ਨੂੰ ਵੀ ਓਨਾ ਹੀ ਪਿਆਰ ਦੇਣ ਜਿੰਨੀ ਉਹ ਮੇਰੀ ਲਿਖਤ ਨੂੰ ਹੁਣ ਦੇ ਰਹੇ ਨੇ, ਅੱਜ ਦੇ ਰਹੇ ਨੇ। ਕਿਤਾਬ ਨੂੰ ਵੀ ਵੱਧ ਤੋਂ ਵੱਧ ਪਾਠਕ ਮਿਲੇ। ਅੰਤ ਦੇ ਵਿੱਚ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਸਰੋਤਿਆਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਉਹ ਸਾਹਿਤ ਦੇ ਨਾਲ ਜੁੜਨ। ਅੱਜ ਦੀ ਪੀੜ੍ਹੀ ਜਿਵੇਂ ਮੋਬਾਈਲ ਦੇ ਨਾਲ ਬਹੁਤ ਜੁੜੀ ਹੋਈ ਹੈ, ਅਤੇ ਉਹ ਥੋੜ੍ਹਾ ਜਿਹਾ ਉਹਦੇ ਨਾਲੋਂ ਸਮਾਂ ਕੱਢ ਕੇ ਉਹ ਕਿਤਾਬਾਂ ਨੂੰ ਜ਼ਰੂਰ ਪੜ੍ਹਨ। ਕਿਤਾਬਾਂ ਵਿੱਚ ਸਾਨੂੰ ਬਹੁਤ ਕੁਝ ਮਿਲਦਾ ਹੈ। ਅਤੇ ਇੱਕ ਮੈਂ ਚੀਜ਼ ਸਾਂਝੀ ਕਰਨਾ ਚਾਹੂੰਗੀ ਕਿ ਜਦੋਂ ਆਪਾਂ ਤੋਹਫੇ ਦਿੰਦੇ ਹਾਂ ਕਿਸੇ ਨੂੰ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੋਹਫੇ ਦੇ ਵਿੱਚ ਕਿਤਾਬ ਦਿੱਤੀ ਜਾਵੇ, ਭਾਵੇਂ ਉਹ ਕਿਤਾਬ ਦਾ ਪਾਠਕ ਹੈ ਜਾਂ ਨਹੀਂ ਹੈ, ਪਰ ਕਿਸੇ ਨਾ ਕਿਸੇ ਵੇਲੇ ਜਦੋਂ ਉਹਨੂੰ ਤੋਹਫੇ ਦੇ ਵਿੱਚ ਚੀਜ਼ ਮਿਲੀ ਹੋਊਗੀ, ਉਹ ਉਹਦੇ ਘਰ ਪਈ ਹੋਊਗੀ, ਕਿਸੇ ਨਾ ਕਿਸੇ ਵੇਲੇ ਉਹਦਾ ਜ਼ਰੂਰ ਜੀਅ ਕਰ ਉੱਠੇਗਾ ਕਿ ਉਹ ਮੈਨੂੰ ਤੋਹਫੇ 'ਚ ਮਿਲੀ ਸੀ ਕਿਤਾਬ, ਅਤੇ ਮੈਂ ਉਹ ਕਿਤਾਬ ਜ਼ਰੂਰ ਪੜ੍ਹਾਂ। ਅਤੇ ਉਹ ਕਿਤਾਬ ਖੁਦ ਉਹਨੂੰ ਕਹੂਗੀ ਕਿ ਮੈਨੂੰ ਪੜ੍ਹ, ਅਤੇ ਇਸ ਦੇ ਨਾਲ ਉਹ ਤਾਂ ਪੜ੍ਹੇਗਾ, ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰਾਂ ਜੀ ਜਿਹੜੇ ਹੋਣਗੇ ਉਹ ਵੀ ਉਸ ਕਿਤਾਬ ਨੂੰ ਜ਼ਰੂਰ ਪੜ੍ਹਨਗੇ। ਅਤੇ ਮੇਰੀ ਇਹੀ ਕੋਸ਼ਿਸ਼ ਆ ਕਿ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇ ਸਕਾਂ ਕਿ ਉਹ ਕਿਤਾਬਾਂ ਦੇ ਨਾਲ ਜੁੜਨ ਅਤੇ ਕਿਤਾਬਾਂ ਦੇ ਉਪਹਾਰ ਦੇਣ। ਜਾਂਦੇ ਜਾਂਦੇ ਕੀ ਸੁਣਾਓਗੇ? ਜੀ ਇੱਕ ਕਵਿਤਾ ਸੁਣਾਵਾਂਗੀ। ਚੰਦ ਤਾਰਿਆਂ ਸਵਾਲ ਹੈ ਪਾਇਆ, ਮਾਹੀ ਤੇਰਾ ਕਿਉਂ ਨਾ ਆਇਆ। ਸੁੱਖਾਂ ਦੀ ਗਠੜੀ ਮਾਸਾ ਕੁ ਜਿੰਨੀ, ਦੁੱਖਾਂ ਦੀ ਪੰਡ ਮੋਹ ਤੇ ਮਾਇਆ। ਕਿਉਂ ਕਰ ਤੂੰ ਨਾ ਪਾਈਆਂ ਔਸੀਆਂ, ਜੂਨਾਂ 'ਚ ਘੁੰਮੀ ਲੱਖ 84। ਕਿਉਂ ਕਰ ਤੈਨੂੰ ਨਜ਼ਰ ਨਾ ਆਇਆ, ਅੰਦਰ ਤੇਰੇ ਜੋ ਰਿਹਾ ਸਮਾਇਆ। ਠੱਗੀ ਕਰ ਸਾਰੀ ਉਮਰ ਲੰਘਾਈ, ਸਾਹਿਬ ਦੀ ਤੈਨੂੰ ਯਾਦ ਨਾ ਆਈ। ਵੇਲੇ ਦੀ ਨਮਾਜ਼ ਕਵੇਲੇ ਟੱਕਰਾਂ, ਕਿਉਂ ਨਾ ਤੈਨੂੰ ਕਿਸੇ ਸਮਝਾਇਆ। ਸਾਹਿਬ ਤਾਂ ਹੈ ਪਰ ਉਪਕਾਰਾ। ਪਹਿਲਾਂ ਸਵਾਲ ਸੀਗੇ, ਹੁਣ ਆਨਸਰ ਹੈ ਕਿ ਸਾਹਿਬ ਤਾਂ ਹੈ ਪਰ ਉਪਕਾਰਾ, ਸਕੂਨ ਨਾ ਭਰ ਦਿੰਦਾ ਹੈ ਸਾਰਾ। ਹੁਣ ਜਾ ਕੇ ਮੈਨੂੰ ਸਮਝਾਂ ਆਈਆਂ, ਚੋਰਾਂ ਨੇ ਸੀ ਗੱਲੀਂ ਲਾਇਆ, ਚੋਰਾਂ ਨੇ ਸੀ ਗੱਲੀਂ ਲਾਇਆ। ਬਹੁਤ ਹੀ ਸੋਹਣੀ ਲਿਖਤ। ਅਤੇ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹਨੇ ਜੋਬਨ ਰੂਪ ਸ਼ੀਨਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ, ਤੁਸੀਂ ਇਹਨਾਂ ਦੀਆਂ ਗਜ਼ਲਾਂ ਅਤੇ ਕਵਿਤਾਵਾਂ ਦਾ ਰੰਗ ਮਾਣਿਆ। ਇਸੇ ਤਰੀਕੇ ਹੋਰ ਕਿਸੇ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ। ਕੈਮਰਾਮੈਨ ਆਸ਼ੀਸ਼ ਦੇ ਨਾਲ ਮੈਂ ਮਨਦੀਪ ਸਿੰਘ ਰਾਜਨ, ਰੋਜ਼ਾਨਾ ਪ੍ਰਾਈਮ ਨਿਊਜ਼ ਅੰਮ੍ਰਿਤਸਰ।